सेवक की ओढ़त निभही प्रीत, सेवक की ओढ़त निभही प्रीत। जीवत साहेब सेव्यो अपना, साहेब सेव्यो अपना, चलते राख्यो जीत, चलते राख्यो जीत। सेवक की ओढ़त निभही प्रीत, सेवक की ओढ़त निभही प्रीत। मान मोह और लोभ विकारा, बियो चित न काल्यो। मान मोह और लोभ विकारा, बियो चित न काल्यो। नाम रतन गुणा हर बन दे, लाद वखर ले चाल्यो। नाम रतन गुणा हर बन दे, लाद वखर ले चाल्यो। जीवत साहेब सेव्यो अपना, चलते राख्यो चीत। जीवत साहेब सेव्यो अपना, चलते राख्यो चीत। सेवक की ओढ़त निभही प्रीत, सेवक की ओढ़त निभही प्रीत। जैसी आज्ञा कीनी ठाकुर, तिसते मुख नहीं मोर्यो। जैसी आज्ञा कीनी ठाकुर, तिसते मुख नहीं मोर्यो। सहज आनंद रख्यो प्रह भीतर, उठ
उठ उआहू को दौड़ियो। सहज आनंद रखियो ग्रह भीतर, उठ उआहू को दौड़ियो। जीवत साहेब सेवियो अपना, जीवत साहेब सेवियो अपना, चलते राखियो चित, चलते राखियो चित। सेवक की ओढ़त निभही प्रीत, सेवक की ओढ़त निभही प्रीत। आज्ञा में भूख सोई कर सूखा, सोग हरख नहीं जान्यो। आज्ञा में भूख सोई कर सूखा, सोग हरख नहीं जान्यो। जो जो हुक्म पयो साहेब का, सो माथे ले मान्यो। जो जो हुक्म पयो साहेब का, सो माथे ले मान्यो। जीवत साहेब सेवियो अपना, जीवत साहेब सेवियो अपना, चलते राख्यो चित, चलते राख्यो चित। सेवक की ओढ़त निभही प्रीत, सेवक की ओढ़त निभही प्रीत, सेवक की ओढ़त निभही प्रीत। पयो कृपाल ठाकुर सेवक के, सबरे हलत पलाता। पयो कृपाल ठाकुर सेवक के, सबरे हलत पलाता। तन सेवक सफल को, जिन नानक खसम पछाता। तन सेवक
सफल को आया, जिन नानक खसम पछाता। धन सेवक सफल हो आया। ਉਹਦਾ ਆਇਆ ਸਫਲਾ ਜਿਨੇ ਆ ਕੇ ਪਰਮੇਸ਼ਰ ਨਾਲ ਪ੍ਰੇਮ ਕੀਤਾ, ਨਾਮ ਨਾਲ ਪ੍ਰੇਮ ਕੀਤਾ। ਆਪਣੇ ਆਪ ਵਿੱਚ ਅਗਰ ਮਨੁੱਖ ਆਪਣੀ ਹਉਮੈ ਨੂੰ ਮਾਰਨ ਵਾਸਤੇ ਸਮਰੱਥ ਹੈ ਤੇ ਉਹਨੂੰ ਕਿਸੇ ਗੁਰੂ ਦੀ ਲੋੜ ਨਹੀਂ। ਪਰ ਐਸਾ ਕੋਈ ਕਰੋੜਾਂ 'ਚ ਹੀ ਹੈ। ਰਾਜਨੀਤਿਕ ਪੱਖ 'ਚ ਵੇਖ ਲਓ, ਧਰਮ ਦੀ ਦੁਨੀਆ ਵਿੱਚ ਵੇਖ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਗਿਆਨੀ ਗਿਆਨ ਕਮਾਵੇ। ਬੜੇ ਬੜੇ ਗਿਆਨੀ ਸਿਰਫ ਗਿਆਨ ਕਮਾਉਣ ਤੱਕ ਸੀਮਿਤ ਨੇ। ਵਧੀਆ ਵਧੀਆ ਸ਼ਬਦਾਵਲੀ ਬੋਲ ਲੈਣੀ, ਨਾਮ ਸਿਮਰਨ ਨਹੀਂ। ਗਿਆਨੀ ਗਿਆਨ ਕਮਾਵੇ, ਧਿਆਨੀ ਧਿਆਨ ਲਾਵੇ। ਧਿਆਨ ਲਾਉਣ ਵਾਲੇ ਸਿਰਫ ਧਿਆਨ ਲਾਉਣ ਤੱਕ ਸੀਮਿਤ ਨੇ। ਉੱਥੇ ਧਿਆਨ ਲਾ ਲਿਆ, ਉੱਥੇ ਧਿਆਨ ਲਾ ਲਿਆ। ਧਿਆਨ ਦੇ ਵਿੱਚ ਵੀ ਪਰਮਾਤਮਾ ਨਹੀਂ, ਹੋਰ ਹੋਰ ਪਾਸੇ ਧਿਆਨ ਆ। ਆਪਾਂ ਬੈਠੇ ਮਹਾਰਾਜ ਜੀ ਦੇ ਚਰਨਾਂ 'ਚ, ਗੁਰੂ ਦਾ ਦਰਬਾਰ ਸਜਿਆ, ਪਰਮੇਸ਼ਰ ਖੁਦ ਨੇ। ਪਰ ਮਨ ਨੂੰ ਕਿਵੇਂ ਮਨਾਈਏ? ਮੰਦੇ ਭਾਗ। ਬਿਨਾਂ ਗੁਰੂ ਤੋਂ, ਬਿਨਾਂ ਅਭਿਆਸ ਤੋਂ ਨਾਮ ਦਾ ਪਤਾ ਨਹੀਂ ਹੈ। ਬਹੁਤਾ ਜ਼ਿਆਦਾ ਜਿਸ ਤਰ੍ਹਾਂ ਕੋਈ ਯੋਗੀ ਯੋਗਾ ਕਰਾਉਣ ਵਾਲਾ ਵੀ ਐਸ ਆਸਣ ਨੂੰ ਐਵੇਂ ਕਰ ਲਓ, ਉਸ ਆਸਣ ਨੂੰ ਐਵੇਂ ਕਰ ਲਓ, ਇਹਦੇ ਨਾਲ ਤਾਂ ਸਰੀਰ ਹੀ ਸਿੱਧ ਹੋਵੇਗਾ। ਸਰੀਰ ਸਵਸਥ ਹੋਣਾ ਚਾਹੀਦਾ ਹੈ। ਸਰੀਰ ਸਵਸਥ ਹੋਣਾ ਚਾਹੀਦਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਰ ਸਰੀਰ ਸਵਸਥ ਕਰਕੇ ਜੇ ਪ੍ਰਮਾਤਮਾ ਦਾ ਨਾਮ ਹੀ ਨਾ ਜਪਿਆ, ਸਰੀਰ ਤੇ ਵਿਖਾਵੇ ਵਾਸਤੇ ਬਹੁਤ ਸਾਰਾ। ਦੁਨੀਆ ਦਾ ਐਕਟਰ ਵੀ ਬੜਾ ਸਰੀਰ ਬਣਾ ਬਣਾ ਕੇ ਵਿਖਾਉਂਦਾ, ਲੋਕ ਵੇਖਣ ਜਾਂਦੇ ਆ। ਜੇ ਕਦੀ ਨਾਮ ਸਿਮਰਨ ਨਹੀਂ ਕੀਤਾ, ਲੁਕਾਈ ਦੇ ਭਲੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਲਾਈ ਮਲਿਆਦਾ। ਬਾਬਾ ਦੇਖੇ ਧਿਆਨ ਧਰ, ਵੇਖਿਆ ਸੱਚਖੰਡ ਤੋਂ ਜਲਦੀ ਸਭ ਪ੍ਰਿਥਵੀ ਦਿਸਿਆਈ। ਸਾਰੀ ਪ੍ਰਿਥਵੀ ਦੇ ਲੋਕ ਤੜਫਦੇ ਨੇ, ਵਿਲਕਦੇ ਨੇ, ਵਿਕਾਰਾਂ ਦੇ ਵਿੱਚ ਖੱਚਤ ਨੇ, ਦੁਖੀ ਨੇ। ਬਾਬਾ ਦੇਖੇ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸਿਆਈ। ਉੱਥੋਂ ਵੇਖਿਆ ਇਹਨਾਂ ਦਾ ਭਲਾ ਕਰ ਦਈਏ। ਗੁਰੂ ਕਰ ਸਕਦਾ, ਗੁਰੂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਕੋਈ ਧਿਆਨ ਲਾਉਣ ਵਾਲਾ ਹੈ, ਕੋਈ ਗਿਆਨ ਕਮਾਉਣ ਵਾਲਾ ਹੈ, ਕੋਈ ਸੰਸਾਰ ਦੀਆਂ ਗੱਲਾਂ ਕਰਨ ਵਾਲਾ, ਕੋਈ ਵਧੀਆ ਸ਼ਬਦਾਵਲੀ ਬੋਲ ਲੈਂਦਾ ਹੈ, ਕੋਈ ਵਪਾਰ ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਧਰਮ ਦੀ ਦੁਨੀਆ ਵਿੱਚ ਵੀ ਐਵੇਂ ਆ। ਗਿਆਨੀ ਗਿਆਨ ਕਮਾਵੇ, ਧਿਆਨੀ ਧਿਆਨ ਲਾਵੇ। ਜੋਗੀ ਰਹਿਤ ਜੁਗਤਾ। ਜੋਗੀ ਜੁਗਤੀਆਂ ਵਿੱਚ ਇਹ ਨਾ ਕਰਿਓ, ਨਾ ਕਰੋ। ਤੁਸੀਂ ਜਰਾ ਜੀ ਇੱਕ ਬਿਮਾਰੀ ਦੀ ਗੱਲ ਕਰੋ, 100 ਬੰਦੇ 200 ਬੰਦਾ ਤੁਹਾਡਾ ਉਸੇ ਵੇਲੇ ਡਾਕਟਰ ਹੈ। ਇਹ ਕਰ ਲਾ, ਉਹ ਖਾ ਲਾ, ਆਹ ਖਾ ਲਾ, ਉਹ ਖਾ ਲਾ। ਅਸਲੀ ਵਾਲੇ ਡਾਕਟਰ ਤੋਂ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਹੋਰ ਜ਼ਿਆਦਾ ਬਿਮਾਰ ਕਰ ਦੇਣਗੇ। ਇੰਨੀਆਂ ਦਵਾਈਆਂ ਦੱਸਣ ਵਾਲੇ ਬੈਠੇ ਆ। ਮਾਰੇ ਕਹਿੰਦੇ ਸਾਰੀਆਂ ਦਵਾਈਆਂ ਦੀ ਇੱਕੋ ਸਭ ਤੋਂ ਵੱਡੀ ਦਵਾ ਨਾਮ ਮਹਾਰਾਜ ਦਾ, ਪਰਮੇਸ਼ਰ ਦਾ, ਜਿਹੜਾ ਗੁਰੂ ਨੇ ਦੱਸਿਆ। ਸਰਬ ਰੋਗ ਕਾ ਔਖਦ ਨਾਮ। ਸਾਰਿਆਂ ਰੋਗਾਂ ਦਾ ਸਭ ਤੋਂ ਵੱਡਾ ਦਾਰੂ ਪਰਮਾਤਮਾ ਦਾ ਨਾਮ ਹੈ। ਕਹਿੰਦਾ ਕੋਈ ਨਾਮ ਜਪ ਲਓ, ਗੁਰੂ ਸਾਹਿਬ ਹੀ ਕਹਿੰਦੇ ਨੇ। ਤੇ ਗੁਰੂ ਸਾਹਿਬ ਦੇ ਕੋਲ ਵੀ ਤਾਂ ਤੱਕ ਹੀ ਜਿੰਨੀ ਦੇਰ ਤੱਕ ਸਾਡਾ ਕੋਈ ਸਵਾਰਥ ਹੋਵੇ ਤਾਂ ਨਹੀਂ। ਤੇ ਮਹਾਰਾਜ ਦੇ ਕੋਲ ਵੀ ਕੌਣ ਹੁੰਦਾ? ਕੌਣ? ਮਹਾਰਾਜ ਦੇ ਸੱਚੇ ਪਾਤਸ਼ਾਹ 550 ਸਾਲ ਸਾਰੇ ਵਿਕਾਰਾਂ ਤੋਂ ਦੂਰ ਕਰਨ ਵਾਲੇ ਬਚਨ, ਦੁਖੀ ਸੁਖੀ ਹੋਣ ਤੋਂ ਪਰਾਂ ਵਾਲੇ ਬਚਨ, ਸੁਖ 'ਚ ਰਹਿਣ ਵਾਲੇ ਬਚਨ, ਸਾਰਿਆਂ ਦਾ ਇੱਕੋ ਹੀ ਤਰੀਕਾ ਦੱਸਿਆ ਮਹਾਰਾਜ ਦਾ ਨਾਮ। ਕਿੰਨੇ ਅੱਜ ਵੀ ਅੰਮ੍ਰਿਤ ਤੇ ਕਟਾਕਸ਼ ਕਰਨ ਵਾਲੇ 100 ਮਿਲ ਜਾਣਗੇ, ਅੰਮ੍ਰਿਤ ਛਕਣ ਵਾਲਾ ਇੱਕ ਤਿਆਰ ਕਰਨਾ ਮੁਸ਼ਕਲ ਹੋ ਜਾਂਦਾ।
ध्यानी ध्यान लावे, ज्ञानी ज्ञान कमावे। जोगी कहत जुगता, ऐ जुगती वरत लो, ओ जुगती वरत लो, इस तरह कर लो, उवें कर लो, एवें कर लो। सिर्फ ते सिर्फ श्री गुरु ग्रंथ साहिब महाराज जी कहते ने नाम जप, शब्द रूप गुरबाणी केवल गुरु ग्रंथ साहिब महाराज जी दी। कहने वाले तो भी कहते भी वेखो महाराज जी के सामने कोई कारज करना है तो महाराज का ध्यान धर के भावें इत्थे बह जाओ, जिन्नी देर तक कोई मेहनत ना करे उन्नी देर तक किन्ना उहदा फल प्राप्त होवेगा, किवें होवेगा? धन्ने ने करके नहीं विखाया, बह गया महाराज जी के सामने। सतगुरु सच्चे पातशाह परमेश्वर जी लिखिया बाणी विच, परमात्मा के सहारे ही हो गए, गुरु के सहारे ही हो गए। सारा कुछ महाराज आपे तैयार करवा देंगे आ, सारा कुछ गुरु साहब सच्चे पातशाह खुद कर देंगे आ। नहीं कीते काम उन्होंने, नहीं नक्के मोड़े ओदे। नामदेव जी दे सारे काम नहीं कीते तो हाँ, महाराज सब कुछ करने को तैयार है, पर तुसी महाराज दा नाम, धन गुरु तेग बहादुर साहब महाराज सच्चे पातशाह जी इहो ही उपदेश सारी संगत नूं गुरु नानक साहब महाराज जी दा सुणाउंदे है। उन्हां दी शहादत धर्म वास्ते है, किसी एक वर्ग वास्ते नहीं भी इस वर्ग वास्ते उस वर्ग वास्ते। जे कोई कट्टड़वादता करदा हुंदा जिवें उन्हें कीती उस वेले औरंगजेब ने, ते महाराज सच्चे पातशाह धर्म दे दायरे जिवें अज बह के महाराज जी दी संगत गुरु परमेश्वर दे थां थां कीर्तन दरबारां विच गुरु की बाणी नाल जुड़दी है ना, इवें नहीं जुड़न दा हक नहीं सी किसी नूं। कहंदा सी इक्को ही गल करनी, बस एक थां ते कट्टड़ता, बस इहो ही हो सकदा है, होर नहीं हो सकदा। परमात्मा दे 84 लाख बनाईयां ने, जे 84 लाख वाले बहुत सारे जिहड़े जीव ने साडे नालों ते बड़े ताकतवर ने, बाकी मनुखा दे विच नहीं ने जिहड़े, जे ਉਹ ਠਾਣ ਲੈਣ ਉਹਨਾਂ ਦੇ ਅੰਦਰ परमात्मा इस तरह की बिरती पा देवे भी अज कोई जीव नहीं रहन देना, इत्थे केवल झोटे जां शेर ही रहणगे, ये होर कोई जीव नहीं नज़र आना चाहिए इस धरती ते, फिर की होवेगा? असीं तो कहण लग पैने भी आ ही होना चाहिए धर्म, बस इस तो इलावा होर कोई धर्म ही नहीं हैगा। सतगुरु सच्चे पातशाह कहंदे मनुखा दे सर्व श्रेष्ठ आ, इहदे विच रब दीयां गल्लां कीतीआं जा सकदियां, संगतां नूं उपदेश कीता महाराज जी ने। जोगी रहत जुगता घट न किन्ही कहाया। कोई अपने आप नूं घट कहंदा, कोई घट नहीं कहंदा, सब कहंदा मेरा ज्ञान सब तो वधिया। जिन्हों पुछ लो 327 धर्म ने कहंदे साडा धर्म सब तो वधिया। महाराज सच्चे पातशाह कहंदे असल विच जिहड़ा धर्मी अपने आप नूं कहाउणा चाहुंदा भी मैं धर्मी हाँ, क्योंकि धन गुरु तेग बहादुर साहब मारे धर्म वास्ते आपां कुर्बान करते हैं। वो की करे, कौन है धर्मी? कोई अपने आप नूं कहंदा मैं धर्मी नहीं, मैं अधर्मी हाँ। अपने आप नूं सारे कहंदे साडा धर्म साडा धर्म साडा धर्म। सतगुरु सच्चे पातशाह जी नूं पुछिए किहदा? सगल धर्म में श्रेष्ठ धर्म, हर को नाम जप निर्मल करम। जिहड़ा महाराज दा नाम जपदा वो है धर्मी, परमात्मा नूं भुलदा नहीं, रब दे दिते हुए श्वास पा के परमात्मा दा शुकराना करदा। और गुरु नानक साहब सच्चे पातशाह जी दी रहमत नाल गुरु संगत विच आके हुणे अरदास होवेगी समाप्ति तो बाद ते बोलिया जाएगा नानक नाम चढ़दी कला तेरे भाणे। जिहड़ा गुरु नानक दे दरबार ते आके सरबत दा भला मंगण वाला नितनेम करके महाराज जी दी बाणी पढ़ के परमात्मा दा शुकराना करना, अपने स्वास सफला करने, धन गुरु तेग बहादुर साहब महाराज जी ने उपदेश किया। इहदे धर्मी ऐसा हक ही नहीं सी। ते गुरु साहब सच्चे पातशाह दी शहादत, साहिबजादियां दी शहादत, माता गुजर कौर जी दी शहादत, या सिख जगत दे विच जिन्ने भी शहीद होए वो चढ़ती कला दा प्रतीक है, सोग दा प्रतीक नहीं है भी असीं सोग मनाइए। विच विच हो जाता ऐसा, अज मिठा नहीं करना, अज आ नहीं करना, वो नहीं करना। ये पदार्थ जिहड़े ने इन्हां दे नाल असीं शहीदी नूं किवें जोड़ लांगे? जे तुसीं किसी पदार्थ दे विच मिठा ना पाओ, वो पदार्थ सारिआं नूं खवाओ, किवें लगेगा? जे किसी भी नमकीन पदार्थ दे विच तुसीं नमक ना पाओ, वो पदार्थ को भी सारे छक लो, छकणगे कोई? वो बेसुआदा पदार्थ आ।
ਇਹਨੂੰ ਪਦਾਰਥਾਂ ਨਾਲ ਜੋੜੀਏ। ਇਹ ਪਦਾਰਥਾਂ ਦੇ ਨਾਲ ਜੁੜਨ ਵਾਲਾ ਬਚਨ ਨਹੀਂ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਚੜ੍ਹਦੀ ਕਲਾ ਦਾ ਜੀਵਨ ਕਾਹਦੇ ਨਾਲ ਹੁੰਦਾ? ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ। ਵੱਧ ਤੋਂ ਵੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨੀ, ਵੱਧ ਤੋਂ ਵੱਧ ਸਹਿਜ ਪਾਠ ਰੱਖੀਏ, ਸਾਰੇ ਰਲ ਕੇ ਕਰੀਏ। ਵਿੱਚ ਵਿੱਚ ਸੰਗਤਾਂ ਕਰਦੀਆਂ, ਕੋਈ ਜਪਜੀ ਸਾਹਿਬ ਦੇ ਬਹੁਤ ਸਾਰੇ ਪਾਠ ਰੱਖ ਲੈਂਦੇ ਨੇ, ਕੋਈ ਬਹੁਤ ਸਾਰੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੇ, ਮੁਬਾਰਕ ਹੈ। ਪਰ ਗੁਰੂ ਸਾਹਿਬ ਵੱਲੋਂ ਜਿਹੜਾ ਹੁਕਮ ਹੈ ਨਾ, ਉਹ ਸਮੁੱਚਾ ਸਹਿਜ ਪਾਠ ਕਰਨਾ। ਇਹ ਸਾਰੀ ਸੰਗਤ ਰਲ ਕੇ ਹੀ ਮਹਾਰਾਜ ਜੀ ਦਾ ਸਹਿਜ ਪਾਠ ਕੀਤਾ ਜਾਵੇ ਤੇ ਸਮੁੱਚੀ ਗੁਰਬਾਣੀ। ਪੁਰਾਤਨ ਸਮਿਆਂ ਦੇ ਵਿੱਚ ਐਸੇ ਉਪਰਾਲੇ ਵਿੱਚ ਥਾਂ ਸਿੱਖਾਂ ਨੇ ਕੀਤੇ ਵੀ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਤੇ ਭਾਵੇਂ ਤੁਸੀਂ 10 ਮਿੰਟ ਦੀ ਆਪਣੀ ਵਾਰੀ ਦਿਓ, ਆ ਕੇ ਉਹ 10 ਮਿੰਟ ਹਾਜ਼ਰੀ ਲਾਉਂਦੇ ਸਨ। ਅੱਜ ਵੀ ਕਈਆਂ ਥਾਵਾਂ ਦੇ ਤੇ ਇਸ ਮਰਿਆਦਾ ਨੂੰ ਜੀਵਿਤ ਰੱਖਿਆ ਹੋਇਆ। ਬੈਂਕਾਕ ਦੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਪਹਿਲਾ ਪ੍ਰਕਾਸ਼ ਦਿਹਾੜਾ ਹੁੰਦਾ, ਉੱਥੇ ਅਖੰਡ ਪਾਠ ਕਰਨ ਵਾਸਤੇ ਪਾਠੀਆਂ ਨੂੰ ਨਹੀਂ ਲਾਇਆ ਜਾਂਦਾ। ਮਹਾਰਾਜ ਦੀ ਬੜੀ ਕਿਰਪਾ ਸੰਗਤ ਉੱਪਰ। ਹਰ ਇੱਕ ਸਰੀਰ ਉੱਥੇ ਆ ਕੇ ਪਹਿਲਾਂ ਹੀ ਬੈਠਾ ਹੁੰਦਾ ਕਿ ਮੈਨੂੰ 10 ਮਿੰਟ ਦੀ ਵਾਰੀ ਦਿਓ। ਹਰ ਇੱਕ ਗ੍ਰਸਤੀ ਔਰ 3 ਦਿਨ ਪੂਰੇ ਵਾਰੀ ਨਹੀਂ ਮਿਲਦੀ ਸਾਧ ਸੰਗਤ ਜੀ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਆ। ਜਦੋਂ ਅਸੀਂ ਰਲ ਕੇ ਬਾਣੀ ਪੜ੍ਹਦੇ ਆ, ਇਹ ਹੈ ਧਰਮ। ਰਲ ਕੇ ਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਉਸ ਵਡਿਆਈ ਨੂੰ ਕਰਦੇ ਆ ਜਿਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਰਮ ਵਾਸਤੇ। ਧਰਮ ਕੀ ਹੈ? ਇਹ ਧਰਮ ਹੈ ਜਦੋਂ ਆਪਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਹਿ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹ ਸ਼ਹਾਦਤ, ਲਾਸਾਨੀ ਸ਼ਹਾਦਤ ਵਿੱਚ ਜਿਹੜੀ ਉਹਨਾਂ ਨੇ ਸਾਡੇ ਵਾਸਤੇ ਦਿੱਤੀ ਹੈ। ਕਿਵੇਂ ਦਿੱਤੀ ਹੈ? ਕਿ ਇਹ ਆਪਣਾ ਮਨੁੱਖਾ ਜਨਮ ਸਫਲਾ ਕਰ ਸਕਣ, ਇਹ ਆਪਣੇ ਗੁਰੂ ਪਰਮਾਤਮਾ ਨਾਲ ਜੁੜ ਸਕਣ, ਨਾ ਕਿ ਕੇਵਲ ਇਹਨਾਂ ਗੱਲਾਂ ਨਾਲ ਜੁੜ ਜਾਣ ਵੀ ਇਹ ਤਾਂ ਕੇਵਲ ਸਭ ਤੋਂ ਸਰਵਸ਼੍ਰੇਸ਼ਟ ਆਹ ਧਰਮ ਹੈ, ਸਭ ਤੋਂ ਸ੍ਰੇਸ਼ਟ ਆਹ ਧਰਮ ਹੈ, ਅੱਜ ਮੇਰਾ ਕਬਜ਼ਾ ਤੇ ਅੱਜ ਮੈਂ ਕਹੀ ਜਾਵਾਂ ਵੀ ਸਰ ਉਸ ਵਕਤ ਉਹਦਾ ਸੀ, ਉਹ ਕਹਿੰਦਾ ਸੀ। ਮਹਾਰਾਜ ਕਹਿੰਦੇ ਨਹੀਂ, ਮਨੁੱਖਤਾ ਦਾ ਇੱਕੋ ਹੀ ਧਰਮ ਹੈ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜਾ ਵੀ ਆਵੇਗਾ, ਉਹਦੇ ਹਿਰਦੇ ਦੇ ਵਿੱਚ ਗੁਰੂ ਪਰਮੇਸ਼ਰ ਦਾ ਸ਼ਬਦ ਬੈਠੇਗਾ, ਉਹਦੇ ਕੰਨਾਂ ਨੂੰ ਗੁਰੂ ਪਰਮੇਸ਼ਰ ਜੀ ਦਾ ਕੀਰਤਨ ਰੂਪ ਨਾਮ ਸਰਵਣ ਕਰਨ ਨੂੰ ਪ੍ਰਾਪਤ ਹੋਵੇਗਾ। ਉਹਦੀਆਂ ਅੱਖਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਰੂਪ ਪਰਮੇਸ਼ਰ ਜੀ ਦੇ ਦਰਸ਼ਨ ਕਰਨਗੀਆਂ। ਅੱਖਾਂ ਪਵਿੱਤਰ, ਸਰੀਰ ਪਵਿੱਤਰ, ਮਨ ਪਵਿੱਤਰ, ਨਾਮ ਦੀ ਵਰਖਾ ਕੀਰਤਨ ਰੂਪ ਦੇ ਵਿੱਚ ਹੋਵੇਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਧਰਮ ਹੈ। ਤੇ ਇਹੋ ਜਿਹਾ ਗੁਰੂ ਜਿਹੜਾ ਇੱਕੋ ਥਾਂ ਦੇ ਉੱਤੇ ਸਾਨੂੰ ਇੰਨੀਆਂ ਵੰਨਗੀਆਂ ਦੇਣ ਵਾਲਾ, ਉਹ ਸਾਡੇ ਤੇ ਦਿਆਲ ਹੋਵੇ। ਤਾਂ ਹੀ ਤੇ ਅਸੀਂ ਸਤ ਸੰਗਤ ਵਿੱਚ ਆਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਥਨ ਆ, ਕਹਿੰਦੇ ਕੇਵਲ ਗਿਆਨ, ਕੇਵਲ ਧਿਆਨ, ਕੇਵਲ ਯੋਗ ਮਤ। ਕਹਿੰਦੇ ਸਾਰੇ, ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਕਹਿੰਦਾ। ਸਭ ਕਹਿੰਦੇ ਨੇ ਇੱਕ ਤੋਂ ਇੱਕਾਂ, ਪਰੇ ਤੋਂ ਪਰੇ ਆ। ਮੁਬਾਰਕ ਹੈ ਜਿੰਨਾ ਕੋ ਪਾਸੇ ਲੱਗਦੇ ਆ, ਪਰ ਜੇ ਵਿੱਚ ਪਰਮਾਤਮਾ ਖਲੋਤਾ ਤੇ ਜਿੱਥੇ ਵਿੱਚ ਗੁਰੂ ਪਰਮਾਤਮਾ ਹੈ, ਉੱਥੇ ਸਾਰਾ ਕੁਝ ਹੀ ਆਪਣੇ ਆਪ ਹੀ ਆ ਜਾਂਦਾ ਹੈ। ਵੇਖਿਆ ਬਹੁਤ ਸਾਰੇ ਐਸੇ ਸਰੀਰਾਂ ਨੂੰ, ਵੇਖਿਆ ਬਹੁਤ ਐਸੇ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਸਵਾਸ ਸਵਾਸ ਨਾਮ ਸਿਮਰਨ ਕੀਤਾ, ਉਹਨਾਂ ਦਾ ਯੋਗਾ ਵੀ ਹੋ ਗਿਆ। ਜਿਨ੍ਹਾਂ ਨੇ ਗੁਰੂ ਪਰਮਾਤਮਾ ਨੂੰ ਧਿਆਨ ਵਿੱਚ ਕੀਤਾ, ਕਿਉਂਕਿ ਗੁਰੂ ਨੇ ਸਭ ਤੋਂ ਪਹਿਲੀ ਗੱਲ ਇਹੋ ਹੀ ਸਿਖਾਈ ਸੀ, ਸ਼ਬਦ ਤੇ ਸੁਰਤ ਦਾ ਮੇਲ ਕਰਿਆ ਜੇ। ਸੰਗਤ ਵਿੱਚ ਬੈਠੇ ਹੋਈਏ ਜਾਂ ਘਰ ਬੈਠੇ ਹੋਈਏ, ਜਿੱਥੇ ਵੀ ਬੈਠੇ ਤੁਸੀਂ ਸ਼ਬਦ ਤੇ ਸੁਰਤ ਦਾ ਮੇਲ ਕਰਕੇ ਗੁਰੂ ਪਰਮੇਸ਼ਰ ਜੀ ਦੀ ਸ਼ਬਦ ਰੂਪ ਬਾਣੀ ਪੜੋਗੇ, ਵਿਚਾਰੋਗੇ, ਸੁਣੋਗੇ, ਮਹਾਰਾਜ ਕਹਿੰਦੇ ਤੁਹਾਨੂੰ ਸਦਾ ਹੀ ਰਹਿਮਤਾਂ ਪ੍ਰਾਪਤ ਹੋਣਗੀਆਂ। ਤੁਹਾਡਾ ਪਰਮਾਤਮਾ ਨਾਲ ਮਿਲਾਪ ਹੋਇਆ, ਤੁਹਾਨੂੰ ਪ੍ਰਤੀਤ ਹੋਵੇਗਾ। ਤੁਸੀਂ ਖੁਦ ਕਹੋਗੇ ਕਿ ਅੱਜ ਮੈਂ ਗੁਰੂ ਸਾਹਿਬ ਨੂੰ ਮਿਲ ਕੇ ਆਇਆ। ਅੱਜ ਮੈਂ ਜਦੋਂ ਬਹਿ ਕੇ ਨਿਤਨੇਮ ਕੀਤਾ ਤੇ ਮੇਰੀ ਹਾਜ਼ਰੀ ਗੁਰੂ ਚਰਨਾਂ ਵਿੱਚ ਲੱਗੀ, ਮੇਰੀ ਸੁਰਤ, ਮੇਰਾ ਮਨ ਗੁਰੂ ਚਰਨਾਂ ਦੇ ਵਿੱਚ ਪਹੁੰਚ ਗਿਆ। ਇੱਥੇ ਬੈਠੇ ਹੀ ਸ੍ਰੀ ਦਰਬਾਰ ਸਾਹਿਬ ਹਾਜ਼ਰੀ ਲੱਗੇਗੀ, ਇੱਥੇ ਬੈਠਿਆਂ ਹੀ ਬੰਗਲਾ ਸਾਹਿਬ ਹਾਜ਼ਰੀ ਲੱਗੇਗੀ, ਇੱਥੇ ਬੈਠੇ ਹੀ ਸੱਚਖੰਡ ਹਜ਼ੂਰ ਸਾਹਿਬ ਹਾਜ਼ਰੀ ਲੱਗੇਗੀ। ਜਿੱਥੇ ਵੀ ਸ਼ਬਦ ਸੁਰਤ ਦਾ ਮੇਲ ਕਰਕੇ ਤੁਸੀਂ ਬੈਠੋਗੇ, ਇਹ ਧਰਮ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਸਿਖਾਇਆ ਸਾਨੂੰ। ਬਾਕੀ ਇਤਿਹਾਸਕ ਘਟਨਾ ਦੇ ਨਾਲ ਜੁੜ ਕੇ ਅਸੀਂ ਹਰ ਸਾਲ ਹੀ ਸਰਵਣ ਕਰਦੇ ਹਾਂ ਸਾਰੀਆਂ ਥਾਵਾਂ ਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਲੈ ਕੇ ਵੀ ਕਿਸ ਤਰ੍ਹਾਂ ਭਾਈ ਸਾਹਿਬ, ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਕਿਵੇਂ ਸ਼ਹੀਦ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ, ਜਿਹੜਾ ਪਿੰਜਰਾ ਬਣਾਇਆ ਗਿਆ ਸੀ ਨਾ, ਉਹ ਪਿੰਜਰੇ ਦੇ ਵਿੱਚ ਜਦੋਂ ਮਹਾਰਾਜ ਜੀ ਨੂੰ ਪਾਇਆ ਤੇ ਜਦੋਂ ਮਹਾਰਾਜ ਸਾਹ ਲੈਂਦੇ ਸੀ, ਉਹਦੇ ਸੂਏ ਚੁੱਭਦੇ ਸਨ। ਇਹ ਕੇਵਲ ਸਰੀਰ ਨੂੰ ਕਸ਼ਟ ਦੇਣ ਵਾਸਤੇ ਵੀ ਇਹ ਮੰਨ ਜਾਣ। ਤੇ ਜਿੱਥੇ ਗੁਰੂ ਪਰਮੇਸ਼ਰ ਦਾ ਨਾਮ ਹੈ ਨਾ, ਉੱਥੇ ਭਾਵੇਂ ਆਮ ਸੰਸਾਰੀ ਸਿਸਟਮ ਆ ਜਾਂ ਭਾਵੇਂ ਸਰੀਰ ਨੂੰ ਦੁੱਖ ਵੀ ਨਹੀਂ, ਉੱਥੇ ਸਦਾ ਚੜ੍ਹਦੀ ਕਲਾ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੜ੍ਹਦੀ ਕਲਾ ਦਾ ਪ੍ਰਤੀਕ ਬਣਾ ਕੇ ਸਾਨੂੰ
ਅੱਗੇ ਵਧਾਇਆ ਵੀ ਸਾਡੇ ਧਰਮ ਨੂੰ ਕੋਈ ਡੁਲਾ ਨਹੀਂ ਸਕਦਾ, ਤੇ ਧਰਮ ਸਾਡਾ ਹੈਗਾ ਪਰਮੇਸ਼ਰ ਦਾ ਨਾਮ ਜਪਣਾ। ਧਰਮ ਸਾਡਾ ਹੈਗਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਛਿਨ ਮਾਤਰ ਵੀ ਦੂਰ ਨਹੀਂ ਹੋਣਾ। ਹਰ ਵਕਤ ਕੀਰਤਨ ਰੂਪ ਵਿੱਚ, ਇਤਿਹਾਸ ਰੂਪ ਦੇ ਵਿੱਚ, ਪਾਠ ਰੂਪ ਦੇ ਵਿੱਚ, ਨਿਤਨੇਮ ਦੇ ਰੂਪ ਦੇ ਵਿੱਚ ਤੁਸੀਂ ਇਹ ਬਾਣੀ ਨਾ ਕਦੀ ਵਿਸਾਰਿਆ ਜੇ। ਪਏ ਕਿਰਪਾਲ ਠਾਕੁਰ ਸੇਵਕ ਕੇ, ਗੁਰੂ ਪਰਮੇਸ਼ਰ ਦੀ ਕਿਰਪਾਲਤਾ ਦੇ ਨਾਲ ਐਸਾ ਹੁੰਦਾ ਹੈ। ਉਹ ਕਿਰਪਾਲ ਹੋਏ ਠਾਕੁਰ ਮਹਾਰਾਜ ਸੱਚੇ ਪਾਤਸ਼ਾਹ, ਤੇ ਸਾਡੇ ਵੀ ਹਲਤ ਪਲਤ ਹਰ ਪਲ ਹਰ ਛਿਨ ਸਬਰ ਜਾਣੇ ਨੇ। ਪਏ ਕਿਰਪਾਲ ਠਾਕੁਰ ਸੇਵਕ ਕੇ, ਸਬਰੇ ਹਲਤ ਪਲਾਤਾ। ਉਹ ਆਪ ਮੁਕਤ ਸਾਨੂੰ ਮੁਕਤ ਕਰਨ ਦੀ ਰਹਿਮਤ ਰੱਖਦੇ ਨੇ। ਐਸੇ ਹਨ ਗੁਰੂ ਤੇਗ ਬਹਾਦਰ ਸਾਹਿਬ। ਤੇ ਕੀਤਾ ਕੀ ਉਹਨਾਂ ਨੇ ਸਾਡੇ ਵਾਸਤੇ ਵੀ ਅਸੀਂ ਇਸ ਤਰ੍ਹਾਂ ਹੀ ਗੁਰੂ ਪਰਮੇਸ਼ਰ ਜੀ ਦਾ ਨਾਮ ਜਪ ਸਕੀਏ। ਕੀ ਕੀਤਾ? ਉਹ ਕਹਿਣ ਲੱਗੇ ਵੀ ਤੁਹਾਨੂੰ ਤੇ ਸ਼ਹਾਦਤ ਦੇਣੀ ਪੈਣੀ ਹੈ। ਗੁਰੂ ਸਾਹਿਬ ਦਾ ਵਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਸੀਂ ਦਿਓ। ਇਹਨਾਂ ਵਾਸਤੇ ਇਹਨਾਂ ਦਾ ਧਰਮ ਬਚਾ ਲਓ। 1.25 ਮਣ ਜਨੇਊ ਰੋਜ਼ਾਨਾ ਲਾ ਦੇਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਲਾਲ ਕਿਲੇ ਦੇ ਅੰਦਰ ਰੋਜ਼ਾਨਾ 1.25 ਮਣ ਜਨੇਊ ਲਾਇਆ ਜਾਂਦਾ ਸੀ। ਉਦੋਂ ਹਿੰਦੂ ਵੀਰ ਪਾਉਂਦੇ ਹੋਣਗੇ ਜਨੇਊ, ਹੁਣ ਤਾਂ ਹਿੰਦੂ ਵੀਰ ਵੀ ਨਹੀਂ ਜਨੇਊ ਪਾਉਂਦੇ। ਅਸੀਂ ਅੰਮ੍ਰਿਤ ਇਸ ਕਰਕੇ ਨਹੀਂ ਛਕਦੇ ਵੀ ਇੱਕ ਤਾਂ ਕਕਾਰ ਪਾਉਣੇ ਪੈਣੇ, ਦੂਜਾ ਨਿਤਨੇਮ ਕਰਨਾ ਪੈਣਾ। ਤੇ ਜੇ ਕਿਤੇ ਨਿਤਨੇਮ ਨਾ ਹੋਇਆ ਤੇ ਬੜਾ ਵੱਡਾ ਪਾਪ ਹੋ ਜਾਣਾ, ਕਿਉਂਕਿ ਸਾਨੂੰ ਆਪਣੀ ਆਦਤ ਦਾ ਪਤਾ ਹੈ ਅਸੀਂ ਨਿਤਨੇਮੀ ਦਾ ਹੈ ਨਹੀਂ। ਵਿਕਾਰ ਕਰਨ ਵਾਸਤੇ ਤੇ ਕਿੱਥੇ ਦੇ ਕਿੱਥੇ ਵਿਦੇਸ਼ਾਂ ਤੱਕ ਵੀ ਪਹੁੰਚ ਜਾਂਦੇ ਆ, ਪਰ ਨਿਤਨੇਮ ਕਰਨ ਵਾਸਤੇ ਘਰੋਂ ਉੱਠ ਕੇ ਤਿਆਰ ਨਹੀਂ ਹੁੰਦੇ ਬਾਥਰੂਮ ਚ ਨਹਾ ਕੇ ਵੀ ਨਿਤਨੇਮ ਕਰ ਲਈਏ। ਕਿਉਂ? ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਨਿਤਨੇਮ ਕਰਨਾ ਪੈਣਾ। ਇਹ ਬੜਾ ਵੱਡਾ ਪਾਪ ਹੋ ਜਾਣਾ। ਮਹਾਰਾਜ ਕਹਿੰਦੇ ਉਸ ਤੋਂ ਵੀ ਵੱਡਾ ਪਾਪ ਇਹ ਆ ਕਿ ਅੰਮ੍ਰਿਤ ਨਾ ਛਕਣਾ। ਇਸ ਮਨੁੱਖਾਂ ਦੇ ਅੰਦਰ ਘਰ ਵਿੱਚ ਆਪਾਂ ਕਾਰ ਲਿਆ ਕੇ ਖਿਲਾਰੀਏ, ਕਦੀ ਨਾ ਕਦੀ ਚਲਾਉਣੀ ਆ ਸਕਦੀ ਹੈ। ਗੁਰੂ ਸਾਹਿਬ ਪਤਾ ਨਹੀਂ ਕਿਹੜੇ ਵੇਲੇ ਮੱਤ ਬਖਸ਼ ਦੇਣ। ਐਸੇ ਵੇਖੀ ਤੇ ਜਿਨ੍ਹਾਂ ਨੂੰ ਨਹੀਂ ਚਲਾਉਣੀ ਆਉਂਦੀ ਆ ਜੋ ਗੱਡੀਆਂ ਭਜਾਈ ਫਿਰਦੇ ਆ। ਜੇ ਅੰਮ੍ਰਿਤ ਛਕਿਆ ਹੋਵੇ ਘਰ ਵਿੱਚ ਸਾਰਾ ਪਦਾਰਥ ਕਦੀ ਨਾ ਕਦੀ ਵੇਖ ਕੇ ਚੇਤੇ ਤਾਂ ਆਉਂਦਾ। ਜ਼ਿੰਮੇਵਾਰੀ ਤਾਂ ਮਹਾਰਾਜ ਦੀ ਹੋ ਜਾਂਦੀ ਹੈ। ਜਦੋਂ ਅੰਮ੍ਰਿਤ ਛਕ ਲੋਗੇ ਨਿਤਨੇਮ ਕਰਾਉਣਾ ਮਹਾਰਾਜ ਨੇ ਆਪੇ ਕਰਵਾ ਲੈਣਾ। ਗੁਰੂ ਦੇ ਇੱਕ ਵਾਰੀ ਹੋਈਏ ਤੇ ਸਹੀ, ਗੁਰੂ ਦੇ ਇੱਕ ਵਾਰੀ ਬਣੀਏ ਤਾਂ ਸਹੀ। ਅਸੀਂ ਤਾਂ ਗੁਰੂ ਦੇ ਪਾਸੇ ਹੀ ਨਹੀਂ ਜਾ ਕੇ ਰਾਜੀ, ਗੁਰੂ ਦੇ ਕੋਲ ਹੀ ਖਲੋ ਕੇ ਰਾਜੀ ਨਹੀਂ। ਵੀ ਬੜਾ ਪਾਪ ਹੋ ਜਾਣਾ ਵੀ ਜੇ ਕਿਤੇ ਨਿਤਨੇਮ ਨਾ ਕੀਤਾ ਤੇ ਬੜਾ ਵੱਡਾ ਪਾਪ ਆ। ਸੱਚਾਈ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ। ਪਰ ਜੇ ਗੁਰੂ ਸਾਹਿਬ ਦਾ ਆਸਰਾ ਲੈ ਲੋਗੇ ਤੇ ਇਹ ਪਾਪ ਵੀ ਪੁੰਨ ਵਿੱਚ ਤਬਦੀਲ ਹੋ ਜਾਵੇਗਾ। ਇਹ ਪਾਪ ਵੀ ਪੁੰਨ ਬਣ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਵਰਤ ਜਾਏਗੀ। ਸਾਧ ਸੰਗਤ ਜੀ ਧਿਆਨ ਦਿਆ ਜੇ। ਕੋਈ ਗੱਲ ਨਹੀਂ, ਕੋਈ ਨਹੀਂ, ਜਰਾ ਜਿਹਾ ਥੋੜਾ ਜਿਹਾ ਬਚ ਕੇ ਆਰਾਮ ਨਾਲ ਵੀਰ, ਆਰਾਮ ਨਾਲ ਜੀ। ਬਸ ਕੋਈ ਨਹੀਂ ਮਹਾਰਾਜ ਮਿਹਰ ਕਰੇ। ਇਹਨਾਂ ਦੀ ਵੀ ਹਾਜ਼ਰੀ ਲੱਗ ਗਈ ਹੈ ਗੁਰੂ ਚਰਨਾਂ ਵਿੱਚ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਚਰਨਾਂ ਦੇ ਵਿੱਚ ਧਿਆਨ ਧਰੋ। ਆਪ ਜੀ ਨੇ ਬਹੁਤ ਵੱਡਾ ਵੀਰਾਂ ਨੇ ਉਪਰਾਲਾ ਕੀਤਾ। ਆ ਪਿੱਛੇ ਸੇਵਾਦਾਰ ਜਿੰਨੇ ਵੀਰ ਨੇ ਉਹ ਸਾਰੇ ਧਿਆਨ ਰੱਖਣ ਜੀ। ਬਹੁਤ ਕਿਰਪਾ ਕੀਤੀ ਆਪ ਜੀ ਨੇ ਸਤ ਸੰਗਤ ਵਿੱਚ ਬਹਿ ਕੇ ਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਹੋ। ਗੁਰੂ ਸਾਹਿਬ ਦੀ ਰਹਿਮਤ ਨਾਲ ਮੇਰੇ ਵੱਡੇ ਵੀਰ ਸਤਿਕਾਰਯੋਗ ਭਾਈ ਕਿਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਹੁੰਚ ਚੁੱਕੇ ਨੇ। ਬਹੁਤ ਸਮਾਂ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵੀ ਬੜੀ ਵਾਰਾਂ ਮਿਲ ਕੇ ਸੰਗਤ ਦੀ ਸੇਵਾ ਗੁਰੂ ਸ਼ਬਦ ਰਾਹੀਂ ਜੋ ਸਾਨੂੰ ਸੇਵਾ ਮਹਾਰਾਜ ਨੇ ਬਖਸ਼ੀ ਹੈ, ਬੜੀਆਂ ਵਾਰਾਂ ਕਰਨ ਦਾ ਸਮਾਂ ਬਣਿਆ। ਔਰ ਉਹ ਆਪ ਆਏ ਗੁਰੂ ਚਰਨਾਂ ਦੇ ਵਿੱਚ ਪਹੁੰਚ ਚੁੱਕੇ ਨੇ। ਸਮੇਂ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਆਪਾਂ ਸਮਾਪਤੀ ਕਰਨੀ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਜਿਹੜੀ ਵੱਡੀ ਅਮੋਲਕ ਦਾਤ ਹੈ ਉਹ ਹੈ ਇਹੋ ਹੀ ਕੀਰਤਨ ਰੂਪ ਨਾਮ, ਜਿਸ ਨਾਲ ਆਪ ਸਾਰੇ ਜੁੜੇ ਹੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਉੱਤੇ ਕਿਰਪਾ ਹੋਈ ਹੈ, ਤਾਂ ਹੀ ਤੁਸੀਂ ਬਾਬਾ ਜੀ ਦੇ ਚਰਨਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਰੂਪ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਆਏ ਹੋ। ਔਰ ਇਸ ਮਨੁੱਖਾ ਦੇ ਅੰਦਰ ਇੱਕ ਵਾਰੀ ਫਿਰ ਆਪਣੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਮਹਾਨ ਪੁਰਬ ਦਿਨ ਮਨਾ ਰਹੇ ਹੋ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਸਮੂਹ ਸੰਗਤ ਉੱਪਰ। ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਮਹਾਰਾਜ ਜੀ ਦੀਆਂ ਸਿਫਤਾਂ ਕੀਰਤਨ ਰੂਪ ਦੇ ਵਿੱਚ ਸ਼ਰਵਣ ਕਰਨੀਆਂ ਨੇ।
ਅੰਤਲੀਆਂ ਭਗਤੀਆਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਦੀਆਂ ਮਿਲ ਕੇ ਸਾਰੇ ਪੜੀਏ। ਪਇਓ ਕਿਰਪਾਲ ठाकुर सेवक के सबरे हलत पलाता, तन सेवक सफल को आया, जिन नानक खसम पछाता, जिन नानक खसम पछाता, जिन नानक कसम पछाता। सेवक की ओढ़त निभही प्रीत, सेवक की ओढ़त निभही प्रीत। जीवत साहिब सेवयो अपना, जीवत साहिब सेवयो अपना, चलते राख्यो चीत, चलते राख चीत। सेवक की ओढ़त निभही प्रीत, सेवक की ओढ़त निभही प्रीत, सेवक की ओढ़त निभही प्रीत। धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब, धन गुरु धन गुरु तेग बहादुर साहिब, 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 धन गुरु तेग बहादुर, धन गुरु तेग बहादुर साहिब, धन गुरु तेग बहादुर, धन गुरु तेग बहादुर साहिब, धन गुरु तेग बहादुर साहिब। गुरु की ओढ़त